पेश है कीवीनामा भाग 47वां। कदे मार गिड़ा मुटियारे कि हुण पिंड बदल गया। विरासत है साडी है, तजर्बा भी है जीवन दा। मिलो मित्र नूं दुश्मन नूं, मिलो तहजीब दे अंदर। ना मेटो सभ्यता अपनी, करो साहित्य ना प्रदूषित। बस एक शर्त है ही, रहो तहजीब दे अंदर। उगे गजल गो सरदार बलबीर सिंह सैनी दियां सतरां दे नाल खैर मकदम प्यारिओ। अज बातां पावांगा सोहणे वतन पंजाब दे लीहों लथे पेंडू सभ्याचार चाइयां तब्दीलियां दियां। माहलपुर, जम्मनपुर ते सतौर जद्दी पिंड दे वसनीकां दी बदलदी जीवन शैली दे नाल-नाल मोटे तौर ते नज़र मारीए पंजाब दे लगभग 14,000 पिंडां दे वपारीकरण दा भी जिक्र होवेगा। सुरजीत पात्र होरां मुताबक पिंड जिन्हां दे गड्डे चलन हुक्म ते सरदारी, शहर जाके बन जांदे ने बस दी एक सवारी। हुण तां दोस्तों पिंड विच भी सवारी बन के रहण वाली गल है। मेरे पिंड दे खूहां ते अजकल रब कित्थे वसदा है। मैनूं याद है 1984 दे ब्लू स्टार तो बाद साडा पिंड केसरी पग्गां ते दुपट्टियां दे सबब नाल धार्मिक डोर नाल बच गया, जात पात वाले फड्डियां तो उपर। पर हवा दे चौंके दी मार नाल लहर खत्म हुई। धार्मिक पोचे दियां पेपड़ियां उखड़ गईयां, तरेड़ां फिर नंगियां हो गईयां। दूजी पत्ती दे नाई, सैणी, चीर, ब्राह्मण इधरली पत्ती तो निखड़न लगे। पिंड दे समाजिक ताणे बाणे च नवीं फैशनां ने तरथल्ली मचाती। देखते ही देखते पारो दी पट्ठी ते दाणे मुट्ठी चो गिर गए। कामे लोकां दा भाईचारा जमींदारां तो टुट गया। कोई शक नहीं कि पिछलियां पीढ़ियां दे समय जात पात दे बंधन दे प्रतिक्रम वजों अजिहा वापरिया। पर पेंडू समाज दी आत्म निर्भरता दा ठुमड़ा साडे कोलों गवाच गया। मजा लैने आ पढ़ पढ़ हीर, पर ना सोचदे आपां किसे शौहर दा की रुल लिया बेलियां ओले। गुरु जी दा क्या चिपका के बुलनी झूठी मूठी। मजा लैने आ पढ़ पढ़ हीर, पर ना सोचदे आपां किसे शौहर दा की रुल रिहा बेलियां ओले। गुरु जी दा क्या चिपका के बुलनी झूठी मूठी ही, असां सिक्खी छुपा लित्ती है बस पहरावियां ओले। ना चाहुंदियां होया भी पिंड पहलां पत्तियां फिर जातां ते फिर आर्थिक मापदंडां दे आधार ते खरबूजे दियां फाड़ियां वांग खिंड गए। इस वार दी भारत फेरी दौरान ਇਹ ਵੀ ਖਿਆਲ ਕੀਤਾ ਕਿ ਪਰਿਵਾਰਾਂ ਦਾ ਸਿਆਸੀਕਰਨ ਹੋ ਰਿਹਾ। ਭਾਈਚਾਰਕ ਪੰਚਾਇਤਾਂ ਦੀ ਬਜਾਏ ਵੱਡਾ ਭਾਈ ਕਾਂਗਰਸ ਤੇ ਛੋਟਾ ਅਕਾਲੀਆਂ ਦੇ ਮੋਢੇ ਚੜ੍ਹ ਕੇ ਪਿੰਡ 'ਚ ਤਮਾਸ਼ਾ ਕਰਦਾ ਦੇਖਿਆ। ਸਿਆਸਤ ਦੇ ਵਪਾਰ ਨੇ ਮੇਰੇ ਪਿੰਡ ਦੀ ਭਾਈਚਾਰਕ ਸਾਂਝ ਨਿਗਲ ਲਈ ਹੈ। ਬਚਪਨ ਦੌਰਾਨ ਗੁਰੂ ਬਾਗ ਵਾਲਾ ਰੱਖੜ ਪੁੰਨਿਆ ਦਾ ਮੇਲਾ ਜਾਂ ਫਿਰ ਹੋਲੇ ਮਹੱਲੇ ਤੇ ਸਾਰੀ ਰਾਤ ਸਜਦੇ ਕਵੀਸ਼ਰੀ ਦੇ ਦੀਵਾਨ ਤੇ ਕਦੇ ਪਿੰਡ ਦੇ ਬਾਹਰਵਾਰ ਮੀਆਂ ਪੱਤਨ ਸ਼ਾਹ ਦੀ ਸਮਾਜ ਤੇ ਹੁੰਦੀਆਂ ਕਵਾਲੀਆਂ ਤੇ ਅਲਾਪ ਮੇਰੀ ਜ਼ਿੰਦਗੀ ਦਾ ਹਿੱਸਾ ਬਣੇ। ਮਲੰਗ ਬਣ ਕੇ ਫਿਰਦਿਆਂ ਨੂੰ ਅੰਬਾਂ ਤੇ ਜਾਮਨਾਂ ਦੇ ਰੁੱਖਾਂ ਵਿੱਚੋਂ ਵੀ ਰੱਬ ਦਿਸ ਜਾਂਦਾ। ਹੁਣ ਅਗਲੀ ਪੀੜ੍ਹੀ ਨੇ ਰੁੱਖ ਵੱਢ ਕੇ ਵੇਚ ਕੇ ਐਡੀਡਾਸ ਦੀ ਜੈਕਟ ਪਾ ਕੇ ਹੀਰੋ ਹਾਂਡਾ ਦੀ ਸਵਾਰੀ ਕਰ ਲਈ ਹੈ। ਸਬਰ ਸੰਤੋਖ ਜ਼ਿੰਦਗੀ 'ਚ ਯਕਦਮ ਵੱਧਦੇ ਲੋਭ ਲਾਲਚ ਅੱਗੇ ਗੋਡੇ ਟੇਕ ਗਿਆ। ਜਾਗਰ ਦੀ ਹੱਟੀ ਤੋਂ ਲਏ 5 ਪੈਸੇ ਵਾਲੇ ਪਕਾਨੇ ਦੀ ਥਾਂ ਮੇਰੇ ਪਿੰਡ ਦੇ ਪੁੱਤਾਂ ਧੀਆਂ ਨੇ ਨੂਡਲ ਤੇ ਪੀਜ਼ੇ ਖਾਣੇ ਸ਼ੁਰੂ ਕਰ ਦਿੱਤੇ ਨੇ। ਖੈਰ ਸਮਾਜ ਵਗਦਾ ਦਰਿਆ ਏ, ਤਬਦੀਲੀਆਂ ਪਹਿਲਾਂ ਵੀ ਹੋਈਆਂ ਤੇ ਹੁੰਦੀਆਂ ਵੀ ਰਹਿਣਗੀਆਂ। ਬਾਪ ਦਾਦੇ ਦੀ ਪਿੰਡ ਵਾਲੀ ਜ਼ਮੀਨ ਤੋਂ ਔਲਾਦ ਨੇ ਕਿਸਲ ਵੱਟ ਲਈ। ਖੇਤੀ ਦੀ ਪ੍ਰਧਾਨਤਾ ਵੀ ਨਾ ਰਹੀ, ਬਲਕਿ ਉਹਦੇ ਨਾਲ ਹੋਰ ਕਈ ਕਿੱਤੇ ਵੀ ਪ੍ਰਭਾਵਿਤ ਹੋਏ। ਸਮੇਂ ਦੇ ਰਾਵਣ ਮੌਤ ਨੂੰ ਆਪਦੇ ਪਾਵੇ ਨਾਲ ਬੰਨੀ ਰੱਖਣ ਦਾ ਭਰਮ ਪਾਲ ਬੈਠੇ ਨੇ। ਵਿਰਾਸਤ ਦੀ ਤਾਣੀ ਵਿੱਚ ਚੀਨ ਤੇ ਅਮਰੀਕਾ ਦਾ ਫੈਸ਼ਨੇਬਲ ਝੋਟਾ ਤਰਥੱਲੀ ਮਚਾ ਰਿਹਾ। ਪਿੱਛੇ ਕੀ ਰਹਿ ਜਾਣਾ ਹੈ। ਡਾਕਟਰ ਜਗਤਾਰ ਵੀ ਇਹੀਓ ਗੱਲ ਆਖ ਕੇ ਸਨ। ਮਿੱਟੀ ਦਾ ਮੋਰ ਚਿੱਕੇ ਤਾਂਬੇ ਦੀ ਗੂੰਜ ਹੋਵੇ, ਚੋਰਾਂ ਦੇ ਦੌਰ ਅੰਦਰ ਖਬਰੇ ਕੀ ਹਸ਼ਰ ਹੋਵੇ। ਮੇਰੇ ਪਿੰਡ ਦੀ ਮੁਰੱਬਿਆਂ ਵਾਲੀ ਜ਼ਮੀਨ ਵੰਡ ਹੁੰਦੀ ਕਨਾਲਾਂ 'ਚ ਰਹਿ ਗਈ ਹੈ। ਮਾੜੇ ਘਰ ਦੇ ਮੁੰਡੇ ਦੁਬਈ ਤੇ ਤਗੜੀਆਂ ਧਿਰਾਂ ਦੇ ਪੱਛਮੀ ਦੇਸ਼ਾਂ ਦੇ ਵਾਸੀ ਬਣ ਗਏ ਨੇ। ਪਿੰਡ ਦੇ ਚੁਬਾਰਿਆਂ ਤੇ ਪਹਿਲ ਪਾਉਂਦੇ ਮੋਰਾਂ ਦੀ ਗਿਣਤੀ ਘਟ ਗਈ ਹੈ। ਪਰ ਪ੍ਰਵਾਸੀ ਪੰਜਾਬੀਆਂ ਦੀ ਖਾਲੀ ਕੋਠੀਆਂ 'ਚ ਕਬੂਤਰਾਂ ਦੇ ਆਲਣੇ ਵੱਧ ਗਏ ਨੇ। ਸ਼ਾਦੀਆਂ ਤੇ ਅੰਤਮ ਅਰਦਾਸਾਂ ਸਮੇਂ ਖਾਣ ਪੀਣ ਦੀ ਰੂਪ ਰੇਖਾ ਬਦਲ ਗਈ ਹੈ। ਅਖੰਡ ਪਾਠ ਦੀ ਬਜਾਏ ਸੁਖਮਨੀ ਸਾਹਿਬ ਦੇ ਪਾਠ ਦੇ ਸੰਖੇਪ ਸਮਾਗਮ ਹੋਣ ਲੱਗ ਪਏ ਨੇ। ਰੱਬ ਨਾਲ ਵੀ ਸ਼ਾਰਟਕਟ। ਬੀਬੀਆਂ ਆਪਦੇ ਸੂਟਾਂ ਬਾਰੇ ਖੁੱਲ੍ਹ ਕੇ ਚਰਚਾ ਕਰਦੀਆਂ ਨੇ। ਨੌਜਵਾਨ ਬ੍ਰਾਂਡ ਵਾਲੇ ਕੱਪੜੇ ਪਾ ਕੇ ਬਾਪੂ ਨਾਲ ਖੇਤੀ 'ਚ ਹੱਥ ਵੰਡਾਉਣ ਤੋਂ ਸਾਫ਼ ਮੁੱਕਰ ਜਾਂਦੇ ਨੇ। ਪੰਚਾਇਤ ਦੀਆਂ ਚੋਣਾਂ ਵੇਲੇ ਰੱਜ ਕੇ ਤਮਾਸ਼ਾ ਹੁੰਦਾ ਹੈ। ਸਰਪੰਚੀ ਖਾਤਰ ਦੋਹਾਂ ਧਿਰਾਂ ਨਸ਼ਾ, ਪੈਸਾ, ਡਾਂਗ ਰੱਜ ਕੇ ਵਰਤੋਂ 'ਚ ਲਿਆਉਂਦੀਆਂ ਨੇ। ਝਗੜੇ ਦੀ ਰਿਪੋਰਟ ਪੰਚਾਇਤ 'ਚ ਜਾਣ ਦੀ ਬਜਾਏ ਸਿੱਧੀ ਥਾਣੇ ਪਹੁੰਚਦੀ ਹੈ। ਬਿੱਲੀਆਂ ਦੀ ਲੜਾਈ 'ਚ ਬਾਂਦਰ ਕਮਾਉਂਦੇ ਨੇ।
ਅਖੌਤੀ ਰਾਜੀਨਾਮਾ ਹੋਣ ਉਪਰੰਤ ਪੀੜ੍ਹੀ ਦਰ ਪੀੜ੍ਹੀ ਅੰਦਰੋਂ ਅੰਦਰੀ ਵਿਸ ਘੋਲਦੇ ਲੋਕ ਇੱਕ ਦੂਜੇ ਦੀ ਹੱਦ ਤੱਕ ਵੇਖ ਕੇ ਕਿਹੜਾ ਕੱਢਦੇ ਰਹਿੰਦੇ ਨੇ। ਮੇਰੇ ਪਿੰਡ ਦਾ ਕਿਸਾਨ ਹਾੜੀ ਸੌਣੀ ਸੂਦ ਦੀ ਰਕਮ ਮਸਾਂ ਤਾਰਦਾ ਹੈ। ਸਮਾਜਿਕ ਬਰਾਬਰੀ ਵਾਲਾ ਫਾਹਾ ਉਹਨੂੰ ਆਤਮਘਾਤ ਦੇ ਰਾਹ ਤੁਰੀ ਜਾਂਦਾ ਹੈ। ਸਰਕਾਰੀ ਸਕੂਲਾਂ 'ਚ ਜ਼ਿਆਦਾਤਰ ਦਲਿਤ ਬੱਚੇ ਪੜ੍ਹਦੇ ਨੇ। ਮੁੰਡਿਆਂ ਵਿੱਚ ਵਿਰਲਾ ਟਾਵਾਂ ਹੀ ਪੜ੍ਹਾਈ 'ਚ ਨਾ ਕਮਾ ਸਕਿਆ, ਪਰ ਕੁੜੀਆਂ ਨੇ ਹਰ ਖੇਤਰ 'ਚ ਪ੍ਰਾਪਤੀਆਂ ਕੀਤੀਆਂ ਨੇ। ਭੰਗੜੇ ਵਿੱਚ ਸਾਡੇ ਪਿੰਡ ਦਾ ਚੰਗਾ ਨਾਂ ਹੈ, ਪਰ ਮੈਨੂੰ ਰਹਿ ਕੇ ਰਾਮਧਾਰੀਆਂ ਦੇ ਅਖਾੜੇ ਯਾਦ ਆਉਂਦੇ ਨੇ, ਜਦੋਂ 1 ਰੁਪਏ ਦੀ ਵੇਲ ਕਰਵਾ ਕੇ ਚਾਚਾ ਮਹਾ ਸਿੰਘ ਮੁੱਛਾਂ ਤੇ ਹੱਥ ਫੇਰਦਾ ਤੇ ਮੁਸਕਰਾਉਂਦਾ। ਹੁਣ ਮੌਜ ਮੇਲੇ ਦੇ ਨਾਂ ਤੇ ਹੋਰ ਬੜਾ ਕੁਝ ਆ ਗਿਆ। ਗੁਰਦੁਆਰਿਆਂ 'ਚ ਸ਼ਰਧਾਲੂ ਬੰਦਿਆਂ ਦੀ ਗਿਣਤੀ ਘਟੀ ਹੈ। ਸਰਬ ਸਾਂਝਾ ਕਹਾਉਣ ਵਾਲੇ ਡੇਰੇ ਤੇ ਡੰਡੌਤ ਕਰਨ ਵਾਲੀਆਂ ਬੀਬੀਆਂ ਦੀ ਭੀੜ ਵੱਧ ਗਈ ਹੈ। ਮੈਂ ਕੀ ਕਹਾਂ, ਚਾਚੇ ਬੇਲਿਹਾਜ਼ ਨੇ ਕਦੇ ਆਖਿਆ ਸੀ, ਹੱਡ ਭੰਨਵੀਂ ਕਿਰਤ ਗ੍ਰਸਤੀਆਂ ਦੀ ਖਾ ਕੇ ਵੇਲੀਆਂ ਐਸ਼ ਉਡਾਉਣ ਬਾਬੇ, ਉੱਤੋਂ ਭੇਖ ਵਿਰਾਗ ਦਾ ਧਾਰ ਲੈਂਦੇ ਬਿਜ਼ਨਸ ਸੇਵਾ ਦਾ ਖੂਬ ਚਲਾਉਣ ਬਾਬੇ, ਰਹਿਣ ਬਸੇਰੇ ਦਾ ਦੇਣ ਉਪਦੇਸ਼ ਸਾਨੂੰ, ਡੇਰੇ ਉੱਚੇ ਤੋਂ ਉੱਚੇ ਬਣਵਾਉਣ ਬਾਬੇ, ਸ਼ਬਦ ਗੁਰੂ ਦਾ ਫਲਸਫਾ ਛੱਡ ਕੇ ਪੈਰ ਆਪਣੇ ਮੱਥੇ ਟਿਕਵਾਉਣ ਬਾਬੇ, ਕਰਤੇ ਪੁਰਖ ਦਾ ਭੁੱਲ ਕੇ ਨਾਮ ਸੱਚਾ ਕਰਮ ਕਾਂਡ ਦੇ ਵਿੱਚ ਉਲਝਾਉਣ ਬਾਬੇ, ਰੈਪਰ ਬਣਦੇ ਨੇ ਉਂਝ ਮਨੁੱਖਤਾ ਦੇ ਮਾਨਸ ਜਾਤ ਚਵੰਡੀਆਂ ਪਾਉਣ ਬਾਬੇ। ਮਾਫ ਕਰੀ ਮੇਰੇ ਪਿੰਡ ਦੀਆਂ ਚੂਹੇ ਤੇ ਫਿਰਨੀ ਵਾਲੀ ਜ਼ਮੀਨ ਦੀ ਮਿੱਟੀ ਹੈ। ਅੰਤ ਨੂੰ ਖਾਕ ਹੋਣਾ ਹੈ ਅਕਸਰ। ਮੇਰੇ ਪੂਜਨਿਕ ਪਿਤਾ ਜੀ ਨੇ ਸਤੌਰ ਦੀਆਂ ਭਾਈਚਾਰਕ ਸਾਂਝਾਂ ਤੇ ਜਾਮਨਾ ਤੋਂ ਦੂਰ ਮਹਿਲਪੁਰ ਦੇ ਅੰਬਾਂ ਤੋਂ ਫਾਸਲਾ ਰੱਖਦਿਆਂ ਸ਼ਹਿਰ ਦੇ ਸਕੂਲਾਂ 'ਚ ਸਾਡੀ ਮਿਆਰੀ ਵਿੱਦਿਆ ਵਧਾਉਣ ਖਾਤਰ ਹੁਸ਼ਿਆਰਪੁਰ ਵਾਸਾ ਕੀਤਾ। ਉਪਰੰਤ ਹੋਰ ਚੰਗੇ ਭਵਿੱਖ ਖਾਤਰ ਅਸੀਂ ਪਰਦੇਸੀ ਹੋ ਗਏ। ਜੇ ਅੱਜ ਸਾਡੇ ਬੱਚਿਆਂ ਨੂੰ ਤੌੜੀ ਵਿਚਲੇ ਸਾਗ ਦੀ ਮਹਿਕ ਨਹੀਂ ਆਈ ਤਾਂ ਕਸੂਰ ਸਾਡਾ ਹੀ ਹੈ। ਪੇਂਡੂਆਂ ਤੋਂ ਪਰਦੇਸੀ ਹੋ ਗਏ ਪੰਜਾਬੀਆਂ ਬਾਰੇ ਕੁਲਬੀਰ ਸਿੰਘ ਸਿੱਧੂ ਹੁਰੀ ਵੀ ਆਖਦੇ ਨੇ ਕਿ ਸਾਡੇ ਬੱਚਿਆਂ ਨੂੰ ਜਾਨਵਰਾਂ ਦੀ ਚਾਲ ਤੱਕ ਹੀ ਊਂਠ ਘੋੜੇ ਦੀ ਪਛਾਣ ਵੀ ਨਹੀਂ ਰਹਿ ਗਈ, ਬਲਕਿ ਕਦਰਾਂ ਕੀਮਤਾਂ ਦੇ ਆਧਾਰ ਤੇ ਬੰਦਿਆਂ ਵਿੱਚ ਗੱਧੇ ਘੋੜੇ ਦੀ ਪਛਾਣ ਵੀ ਨਹੀਂ ਰਹੇਗੀ। ਸੱਥਾਂ 'ਚ ਯਬਲੀਆਂ ਮਾਰਨ ਵਾਲੇ ਤੇ ਅਕਲਾਂ ਵੰਡਣ ਵਾਲਿਆਂ ਦਾ ਸਾਂਝਾ ਪਲੇਟਫਾਰਮ ਹੁਣ ਇੰਟਰਨੈਟ 'ਚ ਬਣ ਗਿਆ। ਇਹ ਵੀ ਹੋ ਸਕਦਾ ਹੈ ਕਿ ਭੈਣ ਭਾਈ ਨਾਲ ਢਿੱਡ ਫੋਲਣ ਦੀ ਬਜਾਏ ਮੇਰੇ ਪਿੰਡ ਦੀ ਅਗਲੀ ਪੀੜ੍ਹੀ ਆਈਫੋਨ ਵਾਲੀ ਜ਼ਿੰਦਗੀ ਬਸਰ ਕਰੇਗੀ। ਕੁਲਵੰਤ ਵਿਰਕ ਦੀ ਕਹਾਣੀ ਸ਼ੇਰਨੀਆਂ ਵਿਚਲੀਆਂ ਪੇਂਡੂ ਕੁੜੀਆਂ ਆਇਲਟਸ ਪਾਸ ਕਰਕੇ ਮੇਰੇ ਪਿੰਡ ਦੀ ਜੋ ਕਦੋਂ ਟੱਪ ਗਈਆਂ ਪਤਾ ਹੀ ਨਹੀਂ ਲੱਗਾ। ਮਾਪਦੰਡ ਬਦਲ ਗਏ, ਰਾਗ ਰੰਗ ਬਦਲ ਗਏ, ਪਰ ਤੁਸੀਂ ਆਪਦੇ ਪਿੰਡ ਕੀੜਾ ਮਾਰਨਾ ਬਿਲਕੁਲ ਨਾ ਭੁੱਲਣਾ। ਹਾਲਾਂਕਿ ਮੈਨੂੰ ਯਕੀਨ ਹੈ ਕਿ ਤੁਹਾਡਾ ਪਿੰਡ ਤੁਹਾਡੇ ਅੰਦਰ ਵਸਦਾ ਹੈ। ਉਹ ਤਾਂ ਕਦੇ ਕਿਧਰੇ ਗਿਆ ਹੀ ਨਹੀਂ ਸੀ। ਸ਼ਾਇਦ ਇਸੇ ਲਈ ਡਾਕਟਰ ਗੁਰਮਿੰਦਰ ਸਿੱਧੂ ਹੁਰਾਂ ਦੇ ਹੇਠ ਲਿਖੇ ਖਿਆਲ ਦੇ ਨਾਲ ਆਪਣੇ ਪਿੰਡ ਲਈ ਕੁਝ ਸਾਰਥਕ ਕਰਨ ਦੀ ਬੇਨਤੀ ਦੇ ਨਾਲ ਤੁਹਾਡੇ ਤੋਂ ਆਗਿਆ ਚਾਹਾਂਗਾ। ਸਮਝ ਕੇ ਜ਼ਿੰਦਗੀ ਪੱਥਰ ਨਾ ਢੋਂਦੇ ਹੌਕਦੇ ਰਹਿਣਾ, ਬਣਾਉਣੀ ਮੂਰਤੀ ਕੋਈ ਕਾਰੀਗਰੀ ਕਰਨਾ। ਪਤਾ ਕੀ ਹੈ ਕਦੋਂ ਪਰਦੇਸ 'ਚ ਵਤਨਾਂ ਦੀ ਤੇ ਲੱਗੇ, ਤੁਖੂ ਹੀ ਪਿੰਡ ਵਾਲੀ ਕੋਲ ਭੋਰਾ ਰੋਸ਼ਨੀ ਕਰਨਾ। ਇਹ ਸੀ ਕੀਵੀਨਾਮਾ ਭਾਗ 47ਵਾਂ। ਅਗਲਾ ਭਾਗ ਅਗਲੇ ਐਤਵਾਰ।